ਹੈਲੋ ਸਟੂਡੈਂਟ, ਸਾਡਾ ਕਲਾਸ 12 ਦਾ ਫਿਜ਼ਿਕਸ ਦਾ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਐਂਡ ਕੈਪੈਸਿਟੀ ਚੈਪਟਰ ਚੱਲਦਾ ਪਿਆ ਸੀ ਔਰ ਇਹਦੇ ਵਿੱਚ ਅਸੀਂ ਅੱਜ ਪੜਾਂਗੇ ਜੀ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਐਨਰਜੀ। ਪਰ ਤੁਹਾਨੂੰ ਬੇਟੇ ਮੈਂ ਅੱਗੇ ਦੱਸਿਆ ਸੀ ਕਿ ਆਪਾਂ ਵਰਕ ਡਨ ਵਾਲੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਲਈਆਂ ਵਾ, ਜਿਹਦੇ ਵਿੱਚ ਆਪਾਂ ਦੱਸਿਆ ਹੈ ਤੁਹਾਨੂੰ ਕਿ ਅਗਰ ਕੋਈ ਆਬਜੈਕਟ ਜਿਹੜਾ ਵਾ ਅਰਥ ਦੇ ਉੱਤੇ ਪਿਆ ਵਾ, ਅਗਰ ਉਹਨੂੰ ਅਸੀਂ ਹਾਈਟ ਦੇ ਉੱਤੇ ਜਾਂ ਪੋਟੈਂਸ਼ੀਅਲ ਦੇ ਉੱਤੇ ਲੈ ਕੇ ਜਾਣਾ ਵਾ ਤੇ ਉਹਦੇ ਉੱਤੇ ਸਾਨੂੰ ਕੋਈ ਨਾ ਕੋਈ એનર્ਜੀ ਅਪਲਾਈ ਕਰਨੀ ਪੈਂਦੀ ਹੈ। ਔਰ ਜਿਹੜੀ ਅਸੀਂ ਉਹਦੇ ਉੱਤੇ એનર્ਜੀ ਅਪਲਾਈ ਕਰਦੇ ਹਾਂ ਉਹ ਕੀ ਕਰਦੀ ਜੀ, ਇੱਕ ਵਰਕ ਡਨ ਕ੍ਰੀਏਟ ਕਰਦੀ ਆ। ਉਹ ਜਿਹੜਾ ਵਰਕ ਡਨ ਹੁੰਦਾ ਨੈਗੇਟਿਵ ਵਰਕ ਡਨ ਹੁੰਦਾ ਵਾ, ਔਰ ਜਿਹੜਾ ਉਹ ਨੈਗੇਟਿਵ ਵਰਕ ਡਨ ਆ ਉਹਨੂੰ ਅਸੀਂ ਹੋਰ ਕੀ ਬੋਲ ਸਕਦੇ ਹਾਂ ਜੀ, ਦੇਖੋ ਇੱਥੇ ਮੈਂ ਲਿਖਿਆ ਵੀ ਆ ਵਰਕ ਡਨ ਇਜ਼ ਇਕੁਅਲ ਟੂ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਐਨਰਜੀ ਵੀ ਬੋਲ ਸਕਦੇ ਹਾਂ, ਉਹਨੂੰ ਅਸੀਂ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਐਨਰਜੀ ਵੀ ਬੋਲ ਸਕਦੇ ਹਾਂ। ਔਰ ਉਹਦੇ ਉੱਤੇ ਅਸੀਂ ਡਿਸਕਸ ਕਰਾਂਗੇ। ਇਹ ਵਾਲਾ ਤੁਹਾਨੂੰ ਮੈਂ ਪਹਿਲੀਆਂ ਵੀਡੀਓ ਦੇ ਵਿੱਚ ਬੜੀ ਵਾਰ ਦੱਸ ਚੁੱਕਾ ਹਾਂ, ਜਿਹੜੀ ਸ਼ੁਰੂ ਵਾਲੀਆਂ ਵੀਡੀਓ ਦੇ ਵਿੱਚ ਮੈਂ ਚੀਜ਼ ਇਹਦਾ ਜ਼ਿਕਰ ਕੀਤਾ ਹੋਊਗਾ, ਇਹਦਾ ਮੈਂ ਪਹਿਲਾਂ ਐਕਸਪਲੇਨ ਕੀਤੀ ਹੋਊਗੀ ਬੜੀ ਚੀਜ਼। ਇਹ ਹੁਣ ਅੱਜ ਕੀ ਕਰਨਾ ਜੀ, ਜਿਹੜਾ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਐਨਰਜੀ ਆ ਉਹਨੂੰ ਅਸੀਂ ਡੈਰੀਵੇਸ਼ਨ ਦੇ ਥਰੂ ਪ੍ਰੂਫ ਕਰਨਾ ਔਰ ਉਹਨੂੰ ਡੈਰੀਵੇਸ਼ਨ ਦੇ ਥਰੂ ਪ੍ਰੂਫ ਕਰਨ ਵਾਸਤੇ ਅਸੀਂ ਇਹ ਇੱਕ ਡਾਇਗਰਾਮ ਲਈ ਹੈ। ਔਰ ਡਾਇਗਰਾਮ ਦੇ ਵਿੱਚ ਵੇਖੋ ਜੀ, ਮੈਂ ਤੁਹਾਨੂੰ ਡਾਇਗਰਾਮ ਇਦਾਂ ਐਕਸਪਲੇਨ ਕਰ ਦੇਣਾ ਵਾ ਇਹਦੇ ਵਿੱਚ ਕੀ ਕੀ ਆ ਸਾਡਾ। ਇਹਦੇ ਵਿੱਚ ਵੇਖੋ ਜੀ ਕੈਪੀਟਲ ਕਿਊ ਲਿਆ ਜੀ ਇੱਕ ਇਸ ਪੁਆਇੰਟ ਦੇ ਉੱਤੇ, ਔਰ ਇਹ ਕੈਪੀਟਲ ਕਿਊ ਕੀ ਹੈ ਜੀ, ਮੇਰੇ ਤੋਂ ਸੋਰਸ ਚਾਰਜ ਹੈ ਔਰ ਇਹ ਆਪਦੇ ਆਲ ਰਾਊਂਡ ਕੀ ਕਰਦਾ ਪਿਆ ਵਾ, ਇਲੈਕਟ੍ਰਿਕ ਫੀਲਡ ਲਾਈਨ ਕ੍ਰੀਏਟ ਕਰਦਾ ਪਿਆ ਵਾ। ਔਰ ਇਨਫਾਈਨਾਈਟ ਡਿਸਟੈਂਸ ਦੇ ਉੱਤੇ ਮੈਂ ਇੱਕ ਹੋਰ ਚਾਰਜ ਲਿਆ ਵੀ ਇਹਦੇ ਪੁਆਇੰਟ ਦੇ ਉੱਤੇ ਮੈਂ ਕਿਊ ਨੋਟ ਚਾਰਜ ਲਿਆ ਵਾ। ਇਹ ਵੀ ਚਾਰਜ ਪੋਜ਼ਿਟਿਵ ਹੈ, ਇਹ ਵੀ ਚਾਰਜ ਪੋਜ਼ਿਟਿਵ ਹੈ। ਉਸ ਤੋਂ ਬਾਅਦ ਇਹਦੇ ਵਿੱਚ ਵੇਖੋ ਜੀ ਮੈਂ ਪੁਆਇੰਟ ਲਏ ਆ, ਇੱਕ ਇੱਥੇ ਮੈਂ ਪੁਆਇੰਟ ਲਿਆ ਜੀ ਇਹ ਵਾਲਾ ਡੀ ਆਰ ਮੀਨ ਡੀ ਆਰ ਇਜ਼ ਅ ਸਮਾਲ ਡਿਸਪਲੇਸਮੈਂਟ, ਔਰ ਇੱਕ ਮੈਂ ਪੁਆਇੰਟ ਲਿਆ ਪੀ ਇਹਦੇ ਵਿੱਚ। ਔਰ ਜਿਹੜਾ ਪੀ ਪੁਆਇੰਟ ਹੈ, ਪੀ ਪੁਆਇੰਟ ਤੋਂ ਲੈ ਕੇ ਕਿਊ ਪੁਆਇੰਟ ਤੱਕ ਆਰ ਡਿਸਟੈਂਸ ਆ, ਔਰ ਜਿਹੜਾ ਡੀ ਆਰ ਆ ਡੀ ਆਰ ਤੋਂ ਲੈ ਕੇ ਕਿਊ ਪੁਆਇੰਟ ਤੱਕ ਜਾਂ ਕਿਊ ਚਾਰਜ ਤੱਕ ਸਮਾਲ ਆਰ ਡਿਸਟੈਂਸ ਹੈ। ਹੁਣ ਕੀ ਹੈ ਜੀ, ਇਹਦੇ ਵਿੱਚ ਜਿਹੜਾ ਇਹ ਸਾਡਾ ਸੋਰਸ ਚਾਰਜ ਹੈ ਆਪਦੇ ਆਲ ਰਾਊਂਡ ਇਲੈਕਟ੍ਰਿਕ ਫੀਲਡ ਲਾਈਨ ਕ੍ਰੀਏਟ ਕਰਦਾ ਪਿਆ ਵਾ। ਜਿਹੜੀਆਂ ਉਹ ਇਲੈਕਟ੍ਰਿਕ ਫੀਲਡ ਲਾਈਨ ਨੇ ਉਹ ਕੀ ਕਰਦੀਆਂ ਪਈਆਂ ਜੀ, ਉਹ ਹਰ ਡਾਇਰੈਕਸ਼ਨ ਦੇ ਵਿੱਚ ਫਲੋ ਕਰਦੀਆਂ ਪਈਆਂ। ਹੁਣ ਜਿਹੜਾ ਇਹ ਵਾਲਾ ਤੁਹਾਡਾ ਕਿਊ ਨੋਟ ਚਾਰਜ ਹੈ, ਮੀਨ ਜਿਹੜਾ ਤੁਹਾਡਾ ਇਨਫਾਈਨਾਈਟ ਡਿਸਟੈਂਸ ਦੇ ਉੱਤੇ ਆ, ਇਹ ਵਾਲਾ ਜਿਹੜਾ ਚਾਰਜ ਹੈ ਇਹਨੂੰ ਮੈਂ ਇਲੈਕਟ੍ਰਿਕ ਫੀਲਡ ਲਾਈਨ ਦੇ ਵਿੱਚ ਲੈ ਕੇ ਆਉਣਾ ਵਾ। ਇਹ ਵਾਲੇ ਚਾਰਜ ਨੂੰ ਮੈਂ ਇਲੈਕਟ੍ਰਿਕ ਫੀਲਡ ਲਾਈਨ ਦੇ ਵਿੱਚ ਲੈ ਕੇ ਆਉਣਾ ਵਾ। ਤੁਹਾਨੂੰ ਪਤਾ ਵਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਵਾ ਕਿ ਅਗਰ ਸਾਡੇ ਕੋਲ ਪੋਜ਼ਿਟਿਵ ਔਰ ਪੋਜ਼ਿਟਿਵ ਕੀ ਕਰਦੇ ਆ ਜੀ, ਰਿਪੈਲ ਕਰਦੇ ਆ। ਹੁਣ ਦੇਖੋ ਜੀ ਇਹ ਵਾਲਾ ਚਾਰਜ ਵੀ ਪੋਜ਼ਿਟਿਵ, ਇਹ ਵਾਲਾ ਚਾਰਜ ਵੀ ਪੋਜ਼ਿਟਿਵ, ਮੇਰਾ ਸੋਰਸ ਚਾਰਜ ਵੀ ਪੋਜ਼ਿਟਿਵ ਆ ਔਰ ਮੇਰਾ ਐਲੀਮੈਂਟਰੀ ਚਾਰਜ ਵੀ ਪੋਜ਼ਿਟਿਵ ਆ। ਜਦੋਂ ਇਹ ਵਾਲੇ ਚਾਰਜ ਨੂੰ ਮੈਂ ਇੱਥੇ ਲੈ ਕੇ ਆਊਂਗਾ, ਇਹ ਡਾਇਰੈਕਟਲੀ ਤੇ ਆ ਨਹੀਂ ਸਕਦਾ, ਇਨਡਾਇਰੈਕਟਲੀ ਆਊਗਾ। ਇਨਡਾਇਰੈਕਟਲੀ ਕਿੱਦਾਂ ਆਊਗਾ, ਇਹਦੇ ਉੱਤੇ ਮੈਂ ਕੋਈ ਨਾ ਕੋਈ એનર્ਜੀ ਅਪਲਾਈ ਕਰੂੰਗਾ, ਕੋਈ ਫੋਰਸ ਅਪਲਾਈ ਕਰੂੰਗਾ। ਔਰ ਉਹ ਫੋਰਸ ਕਿੱਦਾਂ ਅਪਲਾਈ ਕਰੂੰਗਾ, ਵਿਦ ਦਾ ਹੈਲਪ ਆਫ ਬੈਟਰੀ। ਇਹ ਚਾਰਜ ਨੂੰ ਮੈਂ ਕੀ ਕਰੂੰਗਾ ਜੀ, ਇਨਡਾਇਰੈਕਟਲੀ ਇਹਦੇ ਇਲੈਕਟ੍ਰਿਕ ਫੀਲਡ ਲਾਈਨ, ਜਿਹੜਾ ਇਹ ਤੁਹਾਡਾ ਫੋਰਸ ਚਾਰਜ ਆ ਉਹਦੀਆਂ ਇਲੈਕਟ੍ਰਿਕ ਫੀਲਡ ਲਾਈਨ ਦੇ ਵਿੱਚ ਇਹ ਵਾਲੇ ਚਾਰਜ ਨੂੰ ਲੈ ਕੇ ਆਊਂਗਾ। ਇੱਕ ਵਾਰ ਮੈਂ ਫੇਰ ਰਿਪੀਟ ਕਰਦਾ, ਜਿਹੜਾ ਇਹ ਵਾਲਾ ਸਾਡਾ ਐਲੀਮੈਂਟਰੀ ਚਾਰਜ ਹੈ ਇਹਨੂੰ ਮੈਂ ਇਨਡਾਇਰੈਕਟਲੀ ਜਿਹੜਾ ਤੁਹਾਡਾ ਸੋਰਸ ਚਾਰਜ ਹੈ ਉਹਦੀਆਂ ਇਲੈਕਟ੍ਰਿਕ ਫੀਲਡ ਲਾਈਨ ਦੇ ਵਿੱਚ ਇਨਡਾਇਰੈਕਟਲੀ ਲੈ ਕੇ ਆਊਂਗਾ। ਔਰ ਕਿੱਦਾਂ ਲੈ ਕੇ ਆਊਂਗਾ ਜੀ, ਵਿਦ ਦਾ ਹੈਲਪ ਆਫ ਬੈਟਰੀ। ਇਹਨੂੰ ਮੈਂ ਬੈਟਰੀ ਨਾਲ ਕਨੈਕਟ ਕਰੂੰਗਾ ਔਰ ਬੈਟਰੀ ਨਾਲ ਕੀ ਹੋਊਗਾ ਜੀ, ਇਹਦੇ ਵਿੱਚ ਕੋਈ ਨਾ ਕੋਈ ਫੋਰਸ ਆ ਜਾਊਗਾ, ਕੋਈ ਨਾ ਕੋਈ એનર્ਜੀ ਆ ਜਾਊਗੀ। ਉਹ એનર્ਜੀ ਕਰੂਗੀ ਜੀ ਇਹਨੂੰ ਇੱਥੋਂ ਡਿਸਪਲੇਸ ਕਰਕੇ ਇੱਥੇ ਲੈ ਕੇ ਆਊਗੀ। ਔਰ ਜਦੋਂ ਕੋਈ એનર્ਜੀ ਇਹਨੂੰ ਕੋਈ ਫੋਰਸ ਜਾਂ ਕੋਈ એનર્ਜੀ ਇਹਨੂੰ ਇੱਥੋਂ ਡਿਸਪਲੇਸ ਕਰਕੇ ਇੱਥੇ ਲੈ ਕੇ ਆਊਗੀ, ਇਹਦੇ ਉੱਤੇ ਕੋਈ ਨਾ ਕੋਈ ਵਰਕ ਡਨ ਕ੍ਰੀਏਟ ਹੋਊਗਾ। ਔਰ ਉਹ ਜਿਹੜਾ ਵਰਕ ਡਨ ਹੈ ਉਹਨੂੰ ਅਸੀਂ ਬੋਲਾਂਗੇ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਐਨਰਜੀ। ਦੇਖੋ ਜੀ ਪਹਿਲਾਂ ਕੀ ਹੋਇਆ, ਇਹਦੇ ਵਿੱਚ ਤੁਹਾਨੂੰ ਆਹ ਪਤਾ ਲੱਗ ਗਿਆ ਜਿਹੜਾ ਡੀ ਆਰ ਹੈ, ਡੀ ਆਰ ਨੂੰ ਕੀ ਲਿਖਦੇ ਹਾਂ ਅਸੀਂ, ਡੀ ਆਰ ਇਜ਼ ਅ ਸਮਾਲ ਡਿਸਪਲੇਸਮੈਂਟ। ਪਹਿਲਾਂ ਜਿਹੜਾ ਤੁਹਾਡਾ ਕਿਊ ਨੋਟ ਚਾਰਜ ਸੀ ਇਹਨੂੰ ਮੈਂ ਡੀ ਆਰ ਜਿਹੜਾ ਇਹ ਵਾਲਾ ਪੁਆਇੰਟ ਹੈ ਇਹਦੇ ਉੱਤੇ ਲੈ ਕੇ ਆਇਆ। ਜਦੋਂ ਇਹਨੂੰ ਇਹ ਪੁਆਇੰਟ ਦੇ ਉੱਤੇ ਲੈ ਕੇ ਆਇਆ, ਇਹਦੇ ਵਿੱਚ ਕੀ ਹੋਈ ਜੀ, ਇਹਦੇ ਵਿੱਚ ਇੱਕ ਸਮਾਲ ਵਰਕ ਡਨ ਹੋਇਆ। ਔਰ ਉਹ ਸਮਾਲ ਵਰਕ ਡਨ ਕਿੰਨਾ ਸੀ, ਆਪਾਂ ਇੱਥੇ ਨਾਲ ਕਰਦੇ ਜਾਂਦੇ ਹਾਂ ਇਹਨੂੰ। ਉਹ ਸਮਾਲ ਵਰਕ ਡਨ ਹੈਗਾ ਜੀ ਸਾਡੇ ਕੋਲ, ਆਪਾਂ ਲਿਖ ਸਕਦੇ ਹਾਂ ਇਹਨੂੰ, ਅਗਰ ਸਾਡਾ ਡੀ ਆਰ ਕੀ ਸਮਾਲ ਡਿਸਪਲੇਸਮੈਂਟ ਹੈ, ਸਾਡਾ ਵਰਕ ਡਨ ਵੀ ਕੀ ਹੋਊਗਾ ਜੀ, ਵਰਕ ਡਨ ਵੀ ਸਾਡਾ ਘੱਟ ਹੀ ਹੋਊਗਾ, ਕਹਿ ਸਕਦੇ ਸਮਾਲ ਹੀ ਹੋਊਗਾ। तो ਇਹਨੂੰ ਲਿਖਾਂਗੇ ਸਮਾਲ ਵਰਕ ਡਨ ਨੂੰ ਡੀ ਡਬਲਯੂ ਨਾਲ ਡਿਨੋਟ ਕਰਾਂਗੇ, ਇਜ਼ ਇਕੁਅਲ ਟੂ ਵੈਕਟਰ ਐਫ ਔਰ ਇਹ ਵਾਲਾ ਡੀ ਆਰ ਆ ਜਾਊਗਾ, ਇਹ ਵੀ ਵੈਕਟਰ ਫਾਰਮ 'ਚ ਆਊਗਾ। ਇੱਕ ਵਾਰ ਮੈਂ ਫਿਰ ਇਹ ਪਤਾ ਕੁਐਸਚਨ ਕਿੱਦਾਂ ਆਈ ਜੀ, ਇਹਦੇ ਵਿੱਚ ਸਿੰਪਲ ਜੀ ਗੱਲ ਹੈ ਜੀ, ਜਿਹੜਾ ਇਹ ਕਿਊ ਨੋਟ ਚਾਰਜ ਹੈ, ਜਿਹੜਾ ਮੇਰਾ ਐਲੀਮੈਂਟਰੀ ਚਾਰਜ ਹੈ, ਜਿਹੜਾ ਇਨਫਾਈਨਾਈਟ ਡਿਸਟੈਂਸ ਤੇ ਹੈ, ਇਹਨੂੰ ਜਿਹੜਾ ਮੇਰਾ ਸੋਰਸ ਚਾਰਜ ਹੈ ਇਹਦੇ ਕੋਲ ਮੈਂ ਇਹਦੀਆਂ ਇਲੈਕਟ੍ਰਿਕ ਫੀਲਡ ਲਾਈਨ ਦੇ ਵਿੱਚ ਲੈ ਕੇ ਆਉਣਾ। ਇਹਨੂੰ ਇੱਥੇ ਲਿਆਉਣ ਵਾਸਤੇ ਇਹਨੂੰ ਮੈਂ ਡਾਇਰੈਕਟਲੀ ਤੇ ਲੈ ਕੇ ਨਹੀਂ ਆ ਸਕਦਾ, ਇਹਨੂੰ ਮੈਂ ਕਿੱਦਾਂ ਲਿਆ ਸਕਦਾ, ਵਿਦ ਦਾ ਹੈਲਪ ਆਫ ਬੈਟਰੀ। ਜਦੋਂ ਇਹਨੂੰ ਮੈਂ ਬੈਟਰੀ ਨਾਲ ਕਨੈਕਟ ਕਰੂੰਗਾ, ਇਹਦੇ ਵਿੱਚ ਕੋਈ ਨਾ ਕੋਈ એનર્ਜੀ ਆ ਜਾਊਗੀ, ਕੋਈ ਨਾ ਕੋਈ ਫੋਰਸ ਆ ਜਾਊਗਾ। ਉਹ ਫੋਰਸ ਇਹਨੂੰ ਇੱਥੋਂ ਡਿਸਪਲੇਸ ਕਰਕੇ ਇਹ ਵਾਲਾ ਇਲੈਕਟ੍ਰਿਕ ਫੀਲਡ ਲਾਈਨ ਦੇ ਵਿੱਚ ਲੈ ਕੇ ਆਊਗਾ। ਔਰ ਜਦੋਂ ਵੀ ਇੱਥੇ ਇਲੈਕਟ੍ਰਿਕ ਫੀਲਡ ਲਾਈਨ ਦੇ ਵਿੱਚ ਲੈ ਕੇ ਆਊਗਾ, ਉਹਦੇ ਵਿੱਚ ਕੋਈ ਨਾ ਕੋਈ ਵਰਕ ਡਨ ਕ੍ਰੀਏਟ ਹੋਊਗਾ। ਜਿਹੜਾ ਉਹ ਵਰਕ ਡਨ ਕ੍ਰੀਏਟ ਹੋਊਗਾ ਉਹਨੂੰ ਕੀ ਬੋਲਦੇ ਨੇ ਅਸੀਂ, ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਐਨਰਜੀ।
और देखो जी ये चार्ज इथों डिस्प्लेस होना शुरू हो गया, ये डी आर पॉइंट के उत्ते आ गया, मीन जी साडी स्मॉल डिस्प्लेसमेंट उत्थे आ गया। और उत्थे कितना वर्क होंदा पिया जी, देखो ये डी आर की है, डी आर इज ए स्मॉल डिस्प्लेसमेंट। अगर साडी स्मॉल डिस्प्लेसमेंट हो रही है तो साडा वर्क डन भी स्मॉल ही होगा। इस करके जिहड़ा वर्क डन है मैं डी डबल्यू लिखा, डी डबल्यू मीन स्मॉल वर्क डन और डी आर मीन स्मॉल डिस्प्लेसमेंट। और ये वाली इक्वेशन असीं पहलां कर चुके हैं, एफ डॉट डी आर मैं दोनों वैक्टर फॉर्म च लिखिया वा। उस तो बाद देखो जी वर्क डन जिहड़ा प्रॉपर वर्क डन है उन्होंने कढ़न वास्ते की होंदा जी, जिहड़ा साडा मेन वर्क डन है उन्होंने भी डबल्यू नॉट नोट करते हैं और इज इक्वल टू इंटीग्रेशन ऑफ स्मॉल वर्क डन। हुण देखो जी इत्थे स्मॉल वर्क डन की साडे कोल वैल्यू कितनी है, एफ वैक्टर डॉट डी आर वैक्टर। सो इत्थे डी डबल्यू की वैल्यू ये पुट कर देंगे, साडे कोल की आ जाऊगा देखो फिर डबल्यू इज इक्वल टू, और इहदे नाल बेटे एक होर चीज इहदे नाल इत्थे माइनस भी लगूगा। माइनस पता ना क्यों लगूगा, क्योंकि ये वाले चार्ज के उत्ते भी पॉजिटिव चार्ज है, ये वाले चार्ज के भी पॉजिटिव चार्ज है। और जो भी पॉजिटिव वाल जाएंगे पॉजिटिव तो पहले करते हैं, बट असीं जो भी इनू इत्थे लैके जावांगे इनडायरेक्टली लैके जावांगे विद द हेल्प ऑफ बैटरी लैके जावांगे उत्थे नैगेटिव वर्क डन होगा, और नैगेटिव वर्क डन फिर असीं इदां ही नोट करते हैं माइनस के नाल। ठीक है जी। सो इत्थे भी की आ जाऊगा फिर तुहाडा जो इत्थे दी वैल्यू पुट करांगे माइनस जिहड़ा तुहाडा बाहर आ जाऊगा इंटीग्रेशन टू इंटीग्रेशन लग जूगी, और इहदे की नाल आ जाऊगा एफ वैक्टर और डी आर वैक्टर। उस तो बाद बेटे तुहानूं सारिआं नूं कोलंबियन फोर्स चेते होना वा, आपां लिख दिंदे आ ਜਾਂ ਕੂਲਮ ਫੋਰਸ ਕਹਿ ਦਿੰਦੇ ਇਹਨੂੰ ਆਪਾਂ। ਇਹ ਆਪਾਂ ਜਿਹੜਾ ਜਦੋਂ ਸ਼ੁਰੂ ਵਾਲਾ ਚੈਪਟਰ ਕੀਤਾ ਹੈ ਨਾ ਇਹਦਾ ਫਸਟ ਪਾਰਟ ਕੀਤਾ ਹੈ ਚੈਪਟਰ ਦਾ, ਉਹਦੇ ਵਿੱਚ ਅਸੀਂ ਕੀਤਾ ਸੀ ਜਿਹੜਾ ਕੂਲਮ ਲਾ ਵਾ ਜਾਂ ਕੂਲਮ ਫੋਰਸ ਹੈ ਉਹ ਇੱਥੇ ਯੂਜ਼ ਹੋਣਾ ਜੀ। ਔਰ ਜਦੋਂ ਕੂਲਮ ਫੋਰਸ ਯੂਜ਼ ਕਰਦੇ ਆ ਉਹਦੇ ਵਿੱਚ ਵੇਖੋ ਜੀ ਕੀ ਆਪਣੀ ਵੈਲਿਊ ਹੁੰਦੀ ਸੀ, F ਇਜ਼ ਇਕੁਅਲ ਟੂ K Q1 Q2 अपॉन R स्क्वायर, ਇਹ ਵਾਲੀ ਵੈਲਿਊ ਹੁੰਦੀ ਹੈ ਇਹਦੇ ਵਿੱਚ। ਉਹ ਇੱਥੇ ਸੇਮ ਉਹ ਮਤਲਬ ਕੋਲੰਬੀਅਨ ਫੋਰਸ ਇੱਥੇ ਯੂਜ਼ ਹੋਊਗਾ, ਆਪਾਂ ਨੂੰ ਇਹਦੇ ਵਿੱਚ ਯੂਜ਼ ਕਰਕੇ ਵੇਖਦੇ ਆ ਕੀ ਆ ਜਾਊਗਾ। ਇੱਥੇ ਵੇਖੋ ਜੀ W ਇਜ਼ ਇਕੁਅਲ ਟੂ ਮਾਈਨਸ ਇਦਾਂ ਦੇ ਐਜ਼ ਇਟ ਇਜ਼ ਆ ਜਾਊਗਾ, ਇੰਟੀਗ੍ਰੇਸ਼ਨ ਆ ਜਾਊਗਾ, F ਦੀ ਵੈਲਿਊ ਹੋ ਕੀ ਆਊਗੀ, F ਸਾਡਾ ਕੀ ਆ ਐਜ਼ ਏ ਕੋਲੰਬੀਅਨ ਫੋਰਸ ਹੀ ਯੂਜ਼ ਕਰਨਾ ਵਾ। ਦੇਖੋ ਜੀ ਇੱਥੇ ਸਾਡੇ ਕੋਲ ਚਾਰਜ ਕਿਹੜੇ ਸਾਡਾ ਸੋਰਸ ਚਾਰਜ Q ਕੈਪੀਟਲ Q, ਔਰ ਜਿਹੜਾ ਸਾਡਾ ਐਲੀਮੈਂਟਰੀ ਚਾਰਜ ਹੈ ਉਹ ਸਾਡਾ Q ਨੋਟ ਚਾਰਜ ਹੈ। देखो जी दोनों करके ही की करेंगे, के साडा कांस्टेंट ऑफ प्रोपोर्शनैलिटी होंदा जां कोलंबियन कांस्टेंट होंदा वा, और उस तो बाद देखो जी इहदे नाल की आ जाऊगा के आ जाऊगा, के दे नाल Q आ जाऊगा, ये साडा सोर्स चार्ज, और उहदे नाल साडा एलीमेंटरी चार्ज आ जाऊगा, इहनूं असीं Q नॉट लिख दांगे, इहनूं असीं Q नॉट लिख दांगे, और Q नॉट दे नाल अपॉन डिस्टेंस ये वाला डिस्टेंस इथों लैके देखो ना, ये वाले पॉइंट तो लैके पॉइंट तक कितना डिस्टेंस है स्मॉल आर स्क्वायर। ठीक है जी। और नाल के आऊगा जी वैक्टर ढाया सी, ये दोनों वैक्टर ही वैक्टर तो ढाइए वैक्टर के नाल आर कैप आ जाता, यही पहला कर चुके हैं सारा, आपकी इक्वेशन प्लीज देख लो। और उस तो बाद देखो जी नाल डी आर है, हुण डी आर नूं सॉल्व कर लो, डी आर भी वैक्टर फॉर्म च है, डी आर सिंपल ले लिया, और डी आर की वैक्टर फॉर्म ढाउण वास्ते की करांगे इहदे नाल फिर की करांगे जी आर कैप ला दांगे। हुण देखो जी जिहड़ी ये वाली मैं डायग्राम बनाई है किहड़े एक्सिस ते बनाई है, एक्स एक्सिस ते। ठीक है जी। और एक्स एक्सिस वास्ते असीं की लैंदे हुंदे आ, तुहानूं चेता होऊगा शायद, अगर एक्स एक्सिस होवे ਉਹਦੇ ਵਾਸਤੇ आई कैप ਲੈਂਦੇ ਆ, अगर ਸਾਡਾ वाई एक्सिस ਹੋਵੇ ਉਹਦੇ ਵਾਸਤੇ जे कैप ਲੈਂਦੇ ਆ, अगर जेड एक्सिस ਹੋਵੇ तो ਵਾਸਤੇ के कैप ਲੈਂਦੇ ਆ। ਹੁਣ ਇਹ ਸਾਡੀ ਡਾਇਗਰਾਮ एक्स एक्सिस ਦੇ ਵਿੱਚ, ਇਹ ਵਾਲੀ ਜਿਹੜੀ ਡਾਇਗਰਾਮ ਹੈ ਇਹ ਵਾਲੀ ਡਾਇਗਰਾਮ ਮੇਰੀ ਕਹਿੰਦੇ ਆ ਜੀ एक्स एक्सिस ਦੇ ਵਿੱਚ। ਸੋ एक्स एक्सिस ਦੇ ਵਿੱਚ ਹੋਣ ਕਰਕੇ ਕੀ ਕਰੂੰਗਾ ਜੀ ਇੱਥੇ ਕੀ ਆਊਗਾ ਜੀ आई कैप ਆਊਗਾ। ਸੋ ਆਪਾਂ ਇਹਨੂੰ ਕੀ ਕਰਦੇ ਆ, ਇਹਨੂੰ ਸੋਲਵ ਕਰਨ ਵਾਸਤੇ ਕੀ ਕਰਾਂਗੇ, देखो जी आर की जगह से आई कैप आ जाऊगा, ये आर की जगह से आई कैप आ जाऊगा। सो आप इसको कितना सॉल्व करांगे, इतना मैं तुहानूं करके विखा दिंदा वा, आप इत्थे अलग ही सॉल्व कर लैंदे आ। देखो एक मिनट इदां करके लिख लैंदे आ, आर की जगह से मैं की लिया आर कैप नूं मैं आई कैप पुट करता, ये वाले आर नूं मैं कीता जी आई कैप पुट करता, दोनों नूं मैं आई कैप पुट करता। हुण देखो जी अगर असीं गल करिए आई कैप डॉट डॉट आई कैप इज इक्वल टू 1 ਹੁੰਦਾ ਜੀ ਭਾਈ। ਇਹਦੇ ਵਿੱਚ ਸਾਡਾ ਡਾਟ ਪ੍ਰੋਡਕਟ ਲੱਗਦਾ ਪਿਆ ਵਾ, +1 ਦੇ ਵਿੱਚ ਇਹ ਟੌਪਿਕ ਹੁੰਦਾ ਵਾ। ਅਗਰ ਕਿਸੇ ਨੂੰ ਨਹੀਂ ਇਹ ਚੀਜ਼ ਦੀ ਸਮਝ ਆਈ, ਮੇਰਾ ਵੀ ਚੈਨਲ ਸਬਸਕ੍ਰਾਈਬ ਕੀਤਾ ਵਾ, ਉਹਦੇ ਵਿੱਚ ਇਹਦੀ +1 ਦੀ ਵੀਡੀਓ ਪਈ ਹੈ, ਡਾਟ ਪ੍ਰੋਡਕਟ ਵਾਲੀ ਔਰ ਕ੍ਰਾਸ ਪ੍ਰੋਡਕਟ ਵਾਲੀ। आई कैप ਨੂੰ आई कैप डॉट आई कैप इज इक्वल टू 1 ਹੁੰਦਾ। ਠੀਕ ਹੈ ਜੀ। अगर ਕਿਸੇ ਨੂੰ ਜੇ ਇਹ ਚ ਪ੍ਰੋਬਲਮ ਲੱਗੇ ਤਾਂ ਪਲੀਜ਼ ਉੱਥੋਂ ਇੱਕ ਵਾਰੀ ਵੇਖ ਲਓ, ਬਾਕੀ ਇਹਨੂੰ ਇਦਾਂ ਹੀ ਲਿਖ ਸਕਦੇ ਆ। आई कैप ਨੂੰ आई कैप ਨਾਲ आई डॉट आई करांगे तो 1 आ जाऊगा। और ये डॉट प्रोडक्ट वाला कंसेप्ट लगा हुआ, या स्केलर प्रोडक्ट भी कह सकते हैं। और उस तो बाद देखो जी
ਜਿਹੜਾ ਇਹ ਆਰ ਕੈਪ ਔਰ ਆਰ ਕੈਪ ਦੀ ਜਗ੍ਹਾ ਤੇ ਆਈ ਕੈਪ ਪੁੱਟ ਕਰਤਾ ਔਰ ਆਈ ਕੈਪ ਡਾਟ ਆਈ ਕੈਪ ਕੀ ਹੁੰਦਾ ਜੀ 1 ਹੁੰਦਾ ਵਾ। ਸੋ ਸਾਡੇ ਕੋਲ ਜਿਹੜੀ ਇਹ ਵਾਲੀ ਚੀਜ਼ ਤੇ 1 ਹੋ ਗਈ, ਬਾਕੀ ਜਿਹੜਾ ਬਚ ਗਿਆ ਉਹਨੂੰ ਅਲੱਗ ਨੋਟ ਕਰ ਲਓ, ਉਹਨੂੰ ਆਪਾਂ ਇੱਥੇ ਨੋਟ ਕਰ ਲੈਂਦੇ ਆ। ਔਰ ਆਫਟਰ ਸਾਡੇ ਕੋਲ ਕੀ ਬਚ ਗਿਆ W ਮੈਂ ਲਾਸਟ ਤੇ ਲਿਖ ਦੂੰਗਾ ਜੀ, ਸਿਰਫ ਇਕੁਅਲ ਟੂ ਤੋਂ ਹੀ ਕੰਮ ਸਾਰ ਲਓ। ਔਰ ਇੱਥੇ ਮਾਈਨਸ ਆ ਗਿਆ ਇਦਾਂ ਕਰਕੇ, ਔਰ ਇੱਥੇ ਦੇਖੋ ਜੀ Q ਆ ਗਿਆ, Q ਨੋਟ ਆ ਗਿਆ अपॉन R स्क्वायर आ गया और नाल देखो जी dr बाई दा dr आ गया। और ਜਿਹੜਾ ਇਹ r ਕੈਪ ਆ x ਐਕਸਿਸ ਤੇ ਹੋਣ ਕਰਕੇ ਇਹਨੂੰ ਮੈਂ ਕੀ x ਐਕਸਿਸ ਤੇ ਕੀ ਮੰਨਦੇ ਨੇ ਜੀ, x ਨੂੰ i ਕੈਪ ਮੰਨਦੇ ਨੇ। ਇਹਦੀ ਜਗ੍ਹਾ ਤੇ i ਕੈਪ ਆ ਗਿਆ, ਇਹਦੀ ਜਗ੍ਹਾ ਤੇ i ਕੈਪ ਆ ਗਿਆ ਔਰ i ਕੈਪ ਨਾਲ ਇਹਦਾ ਡਾਟ ਪ੍ਰੋਡਕਟ ਕਰਾਂਗੇ ਤੇ ਸਾਡੇ ਕੋਲ 1 ਆ ਜਾਂਦਾ ਵਾ। ਇਹ ਵਾਲਾ +1 ਦਾ ਟੌਪਿਕ ਹੈ। ਜੇ ਅਗਰ ਕਿਸੇ ਨੂੰ ਡਾਊਟ ਹੈ ਤਾਂ ਮੇਰੇ ਦੇ ਵੀਡੀਓ ਪਈ ਹੈ, ਵੀਡੀਓ ਚੈੱਕ ਕਰ ਸਕਦੇ ਹੋ ਔਰ ਵੇਖ ਸਕਦੇ ਜੀ। ਔਰ ਇਹਦੇ ਨਾਲ ਤੁਹਾਡਾ ਵੇਖੋ ਜੀ ਜਿਹੜੀਆਂ ਚੀਜ਼ਾਂ ਆਫਟਰ ਕੈਂਸਲੇਸ਼ਨ ਸਾਡੇ ਕੋਲ ਆਈਆਂ ਉਹਨਾਂ ਨੂੰ ਇੱਥੇ ਅਲੱਗ ਤੋਂ ਨੋਟ ਕਰਦੇ ਆ। ਔਰ ਉਸ ਤੋਂ ਬਾਅਦ ਵੇਖੋ ਜੀ ਇਹਦੇ ਵਿੱਚ ਤੁਹਾਡੇ ਕੋਲ ਕਨਸਟੈਂਟ ਟਰਮ ਕਿਹੜੀ ਹੈ, ਇਹਦੇ ਵਿੱਚ K ਔਰ ਜਿਹੜੇ ਤੁਹਾਡੇ ਦੋਨੋਂ ਚਾਰਜ ਹੈ, ਤੁਹਾਡਾ ਸੋਰਸ ਚਾਰਜ ਔਰ ਤੁਹਾਡਾ ਐਲੀਮੈਂਟਰੀ ਚਾਰਜ ਦੋਨੋਂ ਹੀ ਕੀ ਹੈ ਜੀ, ਇਹ ਸਾਰੇ ਤਿੰਨੋਂ ਕੀ ਹੈ, ਤਿੰਨੋਂ ਕਨਸਟੈਂਟ ਹੈ। ਕਨਸਟੈਂਟ ਟਰਮ ਜਿਹੜੀਆਂ ਬਾਹਰ ਕੱਢ ਲਾਂਗੇ ਔਰ ਵੇਰੀਏਬਲ ਟਰਮ ਜਿਹੜੀਆਂ ਇੰਟੀਗ੍ਰੇਸ਼ਨ ਦੇ ਵਿੱਚ ਰਹਿ ਜਾਣਗੀਆਂ। ਸੋ ਆਪਾਂ ਇਹਨੂੰ ਇੱਥੇ ਨੋਟ ਕਰ ਲੈਂਦੇ ਆ, ਆਪਾਂ ਇਹਨੂੰ ਇੱਥੇ ਅਲੱਗ ਸਟੈਪ 'ਚ ਨੋਟ ਕਰ ਲੈਂਦੇ ਆ। ਇਕੁਅਲ ਟੂ ਲਿਖ ਲਓ ਜੀ ਇੱਥੇ ਮਾਈਨਸ ਆਲਰੇਡੀ ਵਿੱਚ ਹੈਗਾ ਦੇ और नाल की आ गया जी K आ गया, सोर्स चार्ज Q आ गया, Q नॉट आ गया, इंटीग्रेशन आ गई और इंटीग्रेशन के नाल देखो जी इंटीग्रेशन के नाल ही लिख लांगे साडे कोल की जी 1/r स्क्वायर बच गया और 1/r स्क्वायर के नाल देखो जी dr बच गया। आ बड़ी चीज साडे कोल जो असीं कांस्टेंट टर्म बाहर कढ के वाली चीज साडे कोल बच गई। और उस तो बाद देखो जी असीं इहदी लिमिट की गल करनी है। इसकी लिमिट की आऊगी जी, देखो जी ਜਿਹੜਾ ਇਹ ਤੁਹਾਡਾ ਚਾਰਜ ਆ, ਜਿਹੜਾ ਇਹ ਤੁਹਾਡਾ ਐਲੀਮੈਂਟਰੀ ਚਾਰਜ ਆ, ਇਹ ਕਿਹੜੀ ਜਗ੍ਹਾ ਤੋਂ ਇਹਦੀ ਇਨੀਸ਼ੀਅਲ ਪੋਜੀਸ਼ਨ ਕਿਹੜੀ ਹੈ, ਕਿੱਥੋਂ ਚੱਲਦਾ ਪਿਆ, ਇਨਫਾਈਨਾਈਟ ਤੋਂ ਚੱਲਦਾ ਪਿਆ। ਸੋ ਇਹਦੀ ਲੋਅਰ ਲਿਮਿਟ ਇਨਫਾਈਨਾਈਟ ਆ ਜਾਊਗੀ। ਔਰ ਇਹਨੇ ਜਾਣਾ ਕਿੱਥੇ ਆ ਜੀ, ਕਿਹੜੀ ਜਗ੍ਹਾ ਤੱਕ ਜਾਣਾ ਵਾ, ਇਹਨੇ ਕਿਹੜੇ ਡਿਸਟੈਂਸ ਤੱਕ ਜਾਣਾ ਵਾ, ਵੱਧ ਤੋਂ ਵੱਧ ਇਹਨੇ P ਤੱਕ ਜਾਣਾ ਹੈ ਜੀ। ਔਰ ਇਹਦੇ ਵਾਸਤੇ ਡਿਸਟੈਂਸ ਕਿਹੜਾ ਵਾ R। ਸੋ ਇਹਦੀ ਅਪਰ ਲਿਮਿਟ ਆ ਗਈ ਆ। ਇੱਕ ਵਾਰ ਮੈਂ ਫੇਰ ਫੀਡ ਕਰ ਦੇਣਾ ਵਾ, ਜਿਹੜਾ ਤੁਹਾਡਾ ਐਲੀਮੈਂਟਰੀ ਚਾਰਜ ਹੈ ਜਿੰਨੇ ਕੀ ਹੈ ਜੀ ਵਿਦ ਦਾ ਹੈਲਪ ਆਫ ਬੈਟਰੀ ਜਾਂ ਵਿਦ ਦਾ ਹੈਲਪ ਆਫ ਫੋਰਸ ਜਾਂ ਵਿਦ ਦਾ ਹੈਲਪ ਆਫ ਇਨਡਾਇਰੈਕਟਲੀ ਫੋਰਸ ਇਹਨੇ ਇੱਥੋਂ ਮੂਵ ਕਰਨਾ ਵਾ। ਔਰ ਇਹਨੇ ਵੱਧ ਤੋਂ ਵੱਧ ਕਿਹੜੇ ਪੁਆਇੰਟ ਤੱਕ ਜਾਣਾ ਜੀ, ਵੱਧ ਤੋਂ ਵੱਧ ਇਹਨੇ P ਪੁਆਇੰਟ ਤੱਕ ਜਾਣਾ ਵਾ। ਔਰ ਕਿੱਥੋਂ ਸਟਾਰਟ ਹੋਇਆ ਜੀ, ਇਨਫਾਈਨਾਈਟ ਤੋਂ। ਇਸ ਕਰਕੇ ਇਨਫਾਈਨਾਈਟ ਸਾਡੀ ਲੋਅਰ ਲਿਮਿਟ ਆ ਗਈ। ਔਰ ਕਿਹੜੇ ਡਿਸਟੈਂਸ ਤੱਕ ਜਾਣਾ ਵਾ, ਕਿਹੜੇ ਪੁਆਇੰਟ ਤੱਕ ਜਾਣਾ, P ਪੁਆਇੰਟ ਤੱਕ। ਔਰ P ਪੁਆਇੰਟ ਦਾ ਡਿਸਟੈਂਸ ਕਿੰਨਾ ਜੀ, Q ਪੁਆਇੰਟ ਤੋਂ R। ਠੀਕ ਹੈ ਜੀ। ਔਰ ਇੱਥੋਂ ਤੱਕ ਇਸ ਕਰਕੇ ਦੀ ਜਿਹੜੀ ਅਪਰ ਲਿਮਿਟ ਆ ਇਹ ਆ ਗਈ और लोअर लिमिट ये है, ये इनिशियल पोजीशन है इस करके लोअर लिमिट है। ये दी कह सकते हैं लास्ट पोजीशन है या फाइनल पोजीशन है, इस करके दा डिस्टेंस है R Q साडे Q चार्ज को, इस करके दी अपर लिमिट R आ गई। उस तो बाद देखो जी अगे ਇਹਦੇ ਵਿੱਚ ਕੀ ਕਰਾਂਗੇ, ਅੱਗੇ ਇਹਨੂੰ ਸੋਲਵ ਕਰ ਦਾਂਗੇ। ਔਰ ਤੁਹਾਡੇ ਕੋਲ ਐਕਸਪੋਨੈਂਟ ਦਾ ਫਾਰਮੂਲਾ ਹੁੰਦਾ, ਤੁਸੀਂ 5ਵੀਂ 6ਵੀਂ ਕਲਾਸ ਪੜ੍ਹਿਆ ਹੋਊਗਾ ਸਾਰਿਆਂ ਨੇ। ਇਦਾਂ ਕਰਕੇ ਇੱਕ ਫਾਰਮੂਲਾ ਹੁੰਦਾ ਵਾ, ਅਗਰ ਤੁਹਾਡੇ ਕੋਲ 1/a ਦੀ ਪਾਵਰ n ਹੋਵੇ, a इक्वल टू ਹੁੰਦੀ ਆ 1 a ਦੀ ਪਾਵਰ -n। ਇਹ ਤੁਹਾਡਾ ਐਕਸਪੋਨੈਂਟ ਦਾ ਫਾਰਮੂਲਾ ਹੁੰਦਾ ਜੀ। ਇਹ ਨਹੀਂ ਪਤਾ ਤਾਂ ਡੈਟ ਤੋਂ ਚੈੱਕ ਕਰ ਲਿਓ। ਇਹ ਵਾਲਾ ਫਾਰਮੂਲਾ ਇੱਥੇ ਅਪਲਾਈ ਹੋਊਗਾ ਜੀ। ਔਰ ਜਦੋਂ ਅਪਲਾਈ ਹੋਊਗਾ ਜਿਹੜਾ ਇਹ r ਸਕੁਅਰ ਉੱਪਰ ਜਾ ਜਾਊਗਾ, ਇਹਦੇ ਉੱਤੇ r ਦੀ ਪਾਵਰ 2 ਆ, ਉੱਤੇ ਜਾ ਕੇ -2 ਹੋ ਜਾਊਗੀ। ਸੋ ਇੱਥੇ ਆਪਾਂ ਇਹਨੂੰ ਇਕੁਅਲ ਟੂ ਪਾ ਕੇ ਇੱਥੇ ਨਾਲ ਹੀ ਨੋਟ ਕਰ ਦਾਂਗੇ। ਔਰ ਇਹ ਕੀ ਆ ਜਾਊਗਾ ਸਾਡੇ ਕੋਲ, ਦੇਖੋ ਜੀ -K Q0। ਔਰ ਉਸ ਤੋਂ ਬਾਅਦ ਦੇਖੋ ਜੀ ਆਪਾਂ ਕੀ ਕਰਨਾ ਜੀ, ਨਾਲ ਇੰਟੀਗ੍ਰੇਸ਼ਨ ਵੀ ਕਰੀ ਦਿੰਦੇ ਆ। ਆਪਾਂ ਸਟੈਪ ਇੱਕ ਘੱਟ ਕਰ ਦਿੰਦੇ ਆ, ਇੰਟੀਗ੍ਰੇਸ਼ਨ ਵੀ ਨਾਲ ਹੀ ਕਰ ਦਿੰਦੇ ਆ। ਜਦੋਂ ਉੱਪਰ ਜਾਊਗਾ ਉੱਤੇ ਜਾ ਕੇ ਕੀ ਰਹਿ ਜਾਊਗਾ ਜੀ, r ਦੀ ਪਾਵਰ -2 ਰਹਿ ਜਾਊਗਾ। ਔਰ ਨਾਲ ਹੀ ਇੰਟੀਗ੍ਰੇਸ਼ਨ ਕਰਦੇ, ਜਦੋਂ ਇੰਟੀਗ੍ਰੇਸ਼ਨ ਕਰਦੇ ਆ ਪਾਵਰ ਦੇ ਵਿੱਚ ਇੱਕ ਪਲੱਸ ਹੋ ਜਾਂਦਾ ਵਾ। ਔਰ ਜਿਹੜੀ ਇਹ ਪਾਵਰ ਹੁੰਦੀ ਆ ਥੱਲੇ ਡਿਵਾਈਡ ਹੋ ਜਾਂਦੀ ਹੈ, ਥੱਲੇ ਵੀ -2 + 1 ਆ ਜਾਊਗਾ। ਔਰ ਉਸ ਤੋਂ ਬਾਅਦ ਇਹਦੀ ਲਿਮਿਟ ਕੀ ਆਊਗੀ ਜੀ ਸਾਡੇ ਕੋਲ, ਅਗਰ ਲਿਮਿਟ ਦੀ ਗੱਲ ਕਰੋ, ਵੇਖੋ ਅਪਰ ਲਿਮਿਟ ਇਹਦੀ ਹੈਗੀ ਆ R ਔਰ ਲੋਅਰ ਲਿਮਿਟ ਹੈਗੀ ਆ ਇਨਫਾਈਨਾਈਟ। ਦੋਨੋਂ ਲਿਮਿਟਸ ਆ ਗਈਆਂ। ਉਸ ਤੋਂ ਬਾਅਦ ਦੇਖੋ ਜੀ ਇਹਦੇ ਵਿੱਚ ਆਪਾਂ ਨੂੰ ਹੋਰ ਸੋਲਵ ਕਰ ਦਿੰਦੇ ਆ। ਦੇਖੋ ਜੀ -2 + ਮਾਈਨਸ ਹੁੰਦੇ ਆ, ਅਗਰ -2 ਦੇ ਵਿੱਚੋਂ +1 ਕਰੋਗੇ ਕੀ ਆ ਜਾਊਗਾ, -1 ਆ ਜਾਊਗਾ। ਇੱਥੇ ਵੀ -1 ਆ ਜਾਊਗਾ। ਔਰ ਉਸ ਤੋਂ ਬਾਅਦ ਦੇਖੋ ਜੀ ਜਿਹੜਾ ਇਹਦੇ ਵਿੱਚੋਂ -1 ਆਇਆ, ਅਗਰ ਇਹਦੇ ਨਾਲ ਡਿਵਾਈਡ ਕਰਦੇ ਆ, ਇਹ ਮਾਈਨਸ ਕੀ ਹੋ ਜਾਣਗੇ, ਪਲੱਸ ਹੋ ਜਾਣਗੇ। ਇਹਨੂੰ ਕਰਕੇ ਵਿਖਾ ਦਿੰਦਾ ਵਾ। ਪਹਿਲਾਂ ਆਪਾਂ ਸਿਰਫ ਇਹਨੂੰ ਸੋਲਵ ਕਰਦੇ ਪਏ ਆ। ਦੇਖੋ ਜੀ -2 ਦੇ ਵਿੱਚੋਂ +1 ਕਰੋਗੇ ਤੁਹਾਡੇ ਕੋਲ -1 ਆ ਜਾਊਗਾ। ਔਰ ਜਿਹੜਾ ਉਹ -1 ਹੈ ਉਹਨੂੰ ਇਹ r ਨਾਲ ਡਿਵਾਈਡ ਕਰਾਂਗੇ, -r ਆ ਜਾਊਗਾ। ਜਿਹੜਾ ਉਹ -r ਆ, ਇੱਕ ਮਾਈਨਸ ਇੱਥੇ ਆਲਰੇਡੀ ਹੈਗਾ, ਇੱਕ ਮਾਈਨਸ ਇੱਥੇ ਆ ਗਿਆ। ਮਾਈਨਸ ਨੂੰ ਮਾਈਨਸ ਨਾਲ ਮਲਟੀਪਲਾਈ ਕਰੋ ਕੀ ਆ ਜਾਊਗਾ, ਮਾਈਨਸ ਪਲੱਸ ਹੁੰਦੇ ਆ।
सो ये तुहाडे की आ जाऊगा प्लस आ जाऊगा और ये वाला तुहाडा ये भी साइन तुहाडा कैंसल हो जाऊगा और ये इहदे नाल मल्टीप्लाई हो गया माइनस माइनस प्लस हो गए और उस तो बाद देखो जी ऑलरेडी साडे को की बच जाऊगा फिर ये तुहाडा माइनस कटिया गया और ये को लिखा गया के क्यू क्यू नॉट और देखो जी इतने भी -2 चो प्लस -2 चो +1 किया तुहाडे को -1 आ जाऊगा मैं कह सकता हूं r दी पावर -1 रह जाऊगी और नाल इहदियां लिमिट्स रह जाणियां r और नीचे इनफिनाइट ठीक है जी और जेड़ा a वाला इथों माइनस ही मैं सीधा ही करता जी फिर एक बार मैं फिर रिपीट कर देना अगर -2 चो +1 करिए तो -1 आ जाता जेड़ा -1 है r नाल डिवाइड करांगे -r आ जाऊगा ਹੁਣ ਵੇਖੋ ਜਿਹੜਾ ਇਹਦਾ ਇੱਕ ਮਾਈਨਸ ਲੱਗਾ ਇੱਕ ਮਾਈਨਸ ਇਹਦਾ ਲੱਗਾ ਔਰ ਮਾਈਨਸ ਨੂੰ ਮਾਈਨਸ ਨਾਲ ਕੀ ਕਰ ਸਕਦੇ ਆ ਮਲਟੀਪਲਾਈ ਕਰ ਸਕਦੇ ਆ ਮਾਈਨਸ ਮਾਈਨਸ ਕੀ ਹੁੰਦੇ ਆ ਪਲੱਸ ਹੁੰਦੇ ਆ ਅਲਜਬਰਿਕ ਰੂਲ ਹੁੰਦਾ ਵਾ ਔਰ ਇਸ ਕਰਕੇ ਇਹ ਵਾਲਾ ਮਾਈਨਸ ਵੀ ਕੱਟਿਆ ਗਿਆ ਇਹ ਵੀ ਮਾਈਨਸ ਕੱਟਿਆ ਗਿਆ ਕਹਿ ਸਕਦੇ +1 ਆ ਗਿਆ ਔਰ ਸੌਰੀ ਪਲੱਸ ਆ ਗਿਆ ਔਰ ਉਸ ਤੋਂ ਬਾਅਦ ਦੇਖੋ ਜੀ ਇਹ ਪਾਵਰ ਵੀ ਆਪਾਂ ਸੋਲਵ ਕਰ ਲਈਏ -2 ਤੋਂ +1 ਕਰੀਏ -1 ਆ ਜਾਂਦਾ -1 ਇੱਥੇ ਨੋਟ ਕਰ ਲਿਆ ਵਾ ਨਾਲ ਇਹਦੀਆਂ ਲਿਮਟਸ ਨੋਟ ਕਰ ਦਿਆਂ ਵਾ ਉਸ ਤੋਂ ਬਾਅਦ ਅੱਗੇ ਦੇਖੋ ਜੀ ਅੱਗੇ ਦੇ ਵਿੱਚ ਸਾਡੇ ਕੋਲ ਆ ਕੰਡੀਸ਼ਨ ਆ ਗਈ ਹੈ और इनको अगे फिर सॉल्व करते हैं देखो जी ये वाला फॉर्मूला फिर अप्लाई हो जाएगा 1/a दी पावर n वाला कह सकते हैं साडे को एक कंडीशन बन गई है आ वाली देखो इथे ए वाली कंडीशन बनती पई है ना और इनू ए वाली फॉर्म पे लिख लेंगे क्योंकि इक्वल टू आगे इधर लिखा है ना इधर करके लिख सकते हैं सो इथे फिर एक्सपोनेंट दे फार्मूला लग जाऊगा ये वाला और ये आ जाऊगा साडे कोल k q नॉट और इथे की आ जाऊगा 1/r और ब्रैकेट लग जूगी नाल इथे दी लिमिट्स लिख दो r इनफिनाइट और उस तो बाद अगे भाई ये लिमिट पुट कर सकते हैं दे विच कर सकते हैं जी पहला अपर लिमिट पुट करो फिर लोअर लिमिट पुट करो हुण आपां इथे नु फिर सॉल्व करदे हैं और इहदे वास्ते की होगा जी देखो इहदे विच ये साडे कोल आ गया इक्वल टू ला लो इथे इक्वल टू ला लो और इक्वल टू दे नाल देखो जी की आ गया साडे कोल लिमिट्स पुट करनी है और लिमिट्स पुट करने वास्ते की होगा जी लिमिट्स पुट करने वास्ते की होगा मेरे को आ गया जी इथे के क्यू नॉट और ओदे नाल देखो जी पहला मैं अपर लिमिट पुट करूंगा और अपर लिमिट की आ गई जी 1/r माइनस 1/इनफिनाइट पहला मैं अपर लिमिट पुट की फिर मैं लोअर लिमिट पुट की है और उस तो बाद देखो जी ये मैं केदी वैल्यू कटदा मैं शुरू ते जाओ जी एक बारी देखो जी इतने मैं W की गल की W तो स्टार्ट की W की मैं बार तुहानू आख्या जेड़ा W आ वो ਅਸੀਂ लास्ट ਤੇ ਜਾ ਕੇ ਲਿਖ ਲਾਂਗੇ ਹੁਣ ਇਹ ਸਾਡੇ ਕੋਲ ਕੀ ਆ ਗਿਆ ਜੀ ਇਹ ਸਾਡੇ ਕੋਲ ਇਹਦਾ ਮੇਨ ਆਨਸਰ ਆ ਗਿਆ ਜਿਹਨੂੰ ਅਸੀਂ ਕਹਿ ਸਕਦੇ ਹਾਂ W K नॉट और ਨਾਲ ਆ ਜੂਗਾ ਜੀ 1/r माइनस 1/इनफिनाइट ठीक है जी ਹੁਣ ਦੇਖੋ ਜੀ ਤੁਹਾਨੂੰ ਇਥੇ ਵੀ ਚੀਜ਼ ਲਿਖੀ ਹੈ ਵਰਕ ਡਨ ਇਜ਼ ਇਕੁਅਲ ਟੂ ਇਲੈਕਟ੍ਰੋਸਟੈਟਿਕ पोटेंशियल एनर्जी ਜਿਹਨੂੰ ਅਸੀਂ ਕਿਹਦੇ ਨਾਲ ਡਿਨੋਟ ਕਰਦੇ ਹਾਂ ਜੀ ਇਲੈਕਟ੍ਰੋਸਟੈਟਿਕ पोटेंशियल एनर्जी ਨੂੰ ਅਸੀਂ U ਨਾਲ ਡਿਨੋਟ ਕਰਦੇ ਹਾਂ ਠੀਕ ਹੈ ਜੀ ਕਿਸੇ ਬੁੱਕ ਦੇ ਵਿੱਚ U ਨਾ ਹੋਊਗਾ ਕਿਸੇ ਨਾਲ ਹੋਰ ਵੀ ਫੇਰ ਹੋ ਸਕਦਾ ਵਾ ਬਟ ਤੁਸੀਂ ਆਹ ਚੀਜ਼ ਚੇਤੇ ਰੱਖਣੀ ਹੈ ਇਲੈਕਟ੍ਰੋਸਟੈਟਿਕ पोटेंशियल एनर्जी ਸੋ ਇਹ ਤੁਸੀਂ ਤੌਰ ਪਾ ਕੇ ਐਵੇਂ ਲਿਖ ਸਕਦੇ ਹਾਂ ਇੱਥੇ ਲਿਖ ਸਕਦੇ ਹਾਂ ਅਸੀਂ U इज इक्वल टू Q नॉट 1/r माइनस 1/इनफिनाइट सो भावें ऊपर वाला लिख लो भावें इनू लिख लो दोनों ही तुहाडे की है जी दोनों की है दोनों ही आंसर है दोनों ही तुहाडे आंसर है ठीक है जी और ये वाला फॉर्मूला जिहड़ा की कह सकते हैं कि तुसीं पक्का कर लेना और ये बेटा एक होर चीज़ है प्लीज मैं इनू कर ही देना इनू माड़ा आपां बढ़ा के लिख देंगे एक मिनट वेट करना देखो ये होर सॉल्व हो सकता वा सानू पता जिहड़ी 1/इनफिनिटी हुंदी आ एक मिनट वेट करना जी आ वाली चीज तुहानू पता होगी 1/इनफिनाइट इज इक्वल टू 0 होती है सो ये भी तुहाडी जिहड़ी इक्वेशन इस सॉल्व हो जूगी बहुत इक्वेशन सौखी हो जाएगी देखो की आ जाएगा W इज इक्वल टू Q नॉट और नाल की आ जाएगा जी आड़ा 1/r इतना मल्टीप्लाई कर दो इतना करके ठीक है जी और इनू भावें तुसीं W ले लो वर्क डन ले लो भावें तुसीं U ले लो ठीक है जी दोनों का इक्को मतलब है भावें इनू वर्क डन ले लो भावें U ले लो और ये तुहाडा वर्क डन आ गया और जां इनू आपां एनर्जी कह सकते हैं किहड़ी एनर्जी कह सकते हैं जी इलैक्ट्रोस्टैटिक पोटेंशियल एनर्जी कह सकते हैं और ये तुहाडा आंसर आ गया और एक बेटे होर चीज़ है साडे कोल
ਸਾਡੇ ਕੋਲ ਬੇਟੇ ਕੀ ਹੁੰਦਾ ਵਾ, ਵੇਖੋ ਜੀ ਇੱਕ ਮਿੰਟ, ਅਸੀਂ ਨਾ ਤੁਸੀਂ ਗ੍ਰੈਵੀਟੇਸ਼ਨ ਵਾਲਾ ਚੈਪਟਰ ਪੜ੍ਹ ਕੇ ਆਏ ਹੋਣੇ ਜੀ 9th ਜਾਂ 10th ਕਲਾਸ ਦੇ ਵਿੱਚ ਫਿਜ਼ਿਕਸ ਦੇ ਵਿੱਚ ਹੁੰਦਾ ਵਾ, ਜਿਹੜਾ ਉਹ ਗ੍ਰੈਵੀਟੇਸ਼ਨ ਕਨਸਟੈਂਟ ਹੁੰਦਾ ਉਹਦੀ ਇਕੁਏਸ਼ਨ ਹੁੰਦੀ ਹੈ ਜੀ ਇਦਾਂ ਕਰਕੇ। ਇੱਕ ਬੰਨੇ ਹੁੰਦਾ ਜੀ ਮਾਸ ਸਾਡੇ ਕੋਲ m1 ਔਰ ਇੱਕ ਬੰਨੇ ਮਾਸ ਹੁੰਦਾ ਵਾ m2, ਔਰ ਇਹਨੂੰ ਯੂ ਨਾਲ ਡਿਨੋਟ ਕਰਦੇ ਹਾਂ। ਕੀ ਆ ਜਾਂਦਾ ਸਾਡੇ ਕੋਲ ਦਾ ਫਾਰਮੂਲਾ ਆ ਜਾਂਦਾ ਵਾ ਕੈਪੀਟਲ G ਆ ਜਾਂਦਾ ਜੀ, G ਹੁੰਦਾ ਸਾਡਾ ਗ੍ਰੈਵੀਟੇਸ਼ਨਲ ਕਨਸਟੈਂਟ, ਔਰ ਨਾਲ ਕੀ ਆ ਜਾਊਗਾ ਜੀ m upon r e। ਇਹ ਤੁਹਾਡਾ ਜੀ ਇਹਦੇ ਵਿੱਚ ਕਹਿ ਸਕਦੇ ਆ ਤੁਹਾਡੀ ਉਹ ਆ ਜਾਂਦੀ ਹੈ ਗ੍ਰੈਵੀਟੇਸ਼ਨਲ એનર્ਜੀ ਆ ਜਾਂਦੀ ਹੈ, ਤੁਹਾਡਾ ਯੂਨੀਵਰਸਲ ਗ੍ਰੈਵੀਟੇਸ਼ਨਲ ਕਨਸਟੈਂਟ ਹੁੰਦਾ ਵਾ m ਹੀ ਦਾ ਮਾਸ ਆਫ ਅਰਥ, m ਹੁੰਦਾ ਵਾ ਮਾਸ ਆਫ ਬੋਡੀ, ਔਰ r ਹੀ ਹੁੰਦਾ ਵਾ ਰੇਡੀਅਸ ਆਫ ਅਰਥ। ਇਹ ਵਾਲੀ ਤੁਹਾਡੀ ਇਕੁਏਸ਼ਨ ਹੁੰਦੀ ਹੈ ਨਾ ਜੀ ਇਦਾਂ ਕਰਕੇ। ਦੇਖੋ ਜੀ ਇਹ ਇਕੁਏਸ਼ਨ ਔਰ ਇਹ ਇਕੁਏਸ਼ਨ ਦੋਨੋਂ ਮਿਲਦੀਆਂ ਜੁਲਦੀਆਂ ਵਾ, ਇਹ ਵਾਲੀ ਇਕੁਏਸ਼ਨ ਔਰ ਇਹ ਵਾਲੀ ਇਕੁਏਸ਼ਨ ਥੋੜੀ ਮਿਲਦੀ ਜੁਲਦੀ ਹੈ, ਠੀਕ ਹੈ ਜੀ। ਔਰ ਉਸ ਤੋਂ ਬਾਅਦ ਇਹਦੇ ਵਿੱਚ ਹੋਰ ਚੀਜ਼ ਹੈ ਜੀ, ਇੱਕ ਆਪਾਂ ਇਹਨੂੰ ਇਦਾਂ ਵੀ ਲਿਖ ਸਕਦੇ ਹਾਂ, ਇਹ ਵਾਲੀ ਇਕੁਏਸ਼ਨ ਨੂੰ ਇੱਥੇ ਨੋਟ ਕਰ ਦਾਂਗੇ, ਵਰਕ ਡਨ ਵਾਲੀ ਸਾਡੀ ਇਕੁਏਸ਼ਨ ਆਈ ਆ, ਜਿਹਨੂੰ ਅਸੀਂ u ਵੀ ਕਹਿ ਸਕਦੇ ਹਾਂ ਔਰ w ਵੀ ਕਹਿ ਸਕਦੇ ਹਾਂ, ਆਪਾਂ ਨੂੰ એનર્ਜੀ ਵੀ ਕਹਿ ਸਕਦੇ ਹਾਂ, ਔਰ એનર્ਜੀ ਦੇ ਨਾਲ ਕੀ ਹੈ ਜੀ ਇਹਨੂੰ ਆਪਾਂ ਲਿਖ ਸਕਦੇ ਹਾਂ એનર્ਜੀ ਵੀ ਲਿਖ ਸਕਦੇ ਹਾਂ। ਔਰ ਇਕੁਏਸ਼ਨ ਕੀ ਆਈ ਜਿਹੜੀ ਨੋਟ ਕਰ ਲਓ, K Q नॉट अपॉन R। देखो जी ये वाली जी इक्वेशन है, इनू आप एक होर तरीके लिख सकते हैं, मैं तो इसे लिख के बता देना हूँ, ये इतने लिखूंगा। देखो जो ये वाला Q नॉट है, जो Q नॉट है इधर का ये वाला जो Q नॉट है इनू रीअरेंज कर दो, और रीअरेंज करके देखो तुहाडे कोल की आ जाऊगा। सो ये इक्वेशन तुहाडे कोल आ जाऊगी, भावें इनू वर्क डन भावें डबल लिख लो भावें यू लिख लो, कोई दिक्कत नहीं। ये तुहाडे कोल फिर इक्वेशन आ जाऊगी u, और जो Q नॉट है जो इधर शिफ्ट करोगे भावें W के थले ले लो भावें इधर थले ले लो, ये आ जाऊगा Q नॉट। देखो जी ये वाला इदा आऊगा u अपॉन Q नॉट कितना आऊगा, क्योंकि जो वर्क डन या एनर्जी को गाली भावें इनू W लिख लो भावें और पा के मैं u लिखिया वा भावें u लिख लो, इनू मैं एनर्जी भी लिख सकदा हां, केड़ी एनर्जी है पोटेंशियल एनर्जी। और ये जो Q नॉट है इनू इधर शिफ्ट कर दो, इधर मल्टीप्लाई का इधर आके डिवाइड दा जाऊगा। सो वो इतने मैं करता वा, इतने मैंने या W लिखा u लिखना कोई गल नहीं, इस करके मैं u ले लिया वा, और Q नॉट जो वा इधर बन्ने आ गया फिर डिवाइड हो गया नाल, और डिवाइड हो गया। देखो जी नाल कड़ी इक्वेशन इधर फिर मैं लिख सकता हूं, ये की आ जाएगी K Q नॉट और अपॉन की बात सॉरी R, आ वाली ਜਿਹੜੀ ਚੀਜ਼ ਹੈ ਤੁਹਾਡੀ ਇਦਾਂ ਬਣ ਗਈ। और भाई उस तो बाद ਤੁਹਾਨੂੰ ਕੀ ਪਤਾ ਲੱਗਦਾ ਪਿਆ ਵਾ, ਦੇਖੋ ਆ ਵਾਲੀ ਇਕੁਏਸ਼ਨ ਤੋਂ ਕੀ ਅਬਜ਼ਰਵ ਕਰਦੇ ਪਏ ਆ ਵਾਲੀ ਇਕੁਏਸ਼ਨ। ਦੇਖੋ ਜੀ ਇਹਦੇ ਵਿੱਚ ਕੀ ਆ, ਜਿਹੜਾ ਸਾਡਾ Q ਨੋਡ ਚਾਰਜ ਹੈ, ਜਿਹੜਾ Q ਨੋਡ ਚਾਰਜ ਹੈ ਉਹ P ਪੁਆਇੰਟ ਤੇ ਆਉਂਦਾ ਪਿਆ ਵਾ, ਔਰ P ਪੁਆਇੰਟ ਤੇ ਜਦੋਂ ਆਉਂਦਾ ਪਿਆ ਵਾ ਉੱਥੇ ਆ ਕੇ ਉਹ ਕਿੰਨਾ ਵਰਕ ਡਨ ਕ੍ਰੀਏਟ ਕਰਦਾ ਪਿਆ ਵਾ। ਜਿਹੜਾ ਵਰਕ ਡਨ ਕ੍ਰੀਏਟ ਕਰਦਾ ਪਿਆ ਕਿਹੜਾ ਜੀ, ਨੈਗੇਟਿਵ ਵਰਕ ਡਨ ਹੈ। ਉਹ ਕਿਹੜਾ ਵਰਕ ਡਨ ਹੈ ਜੀ, ਨੈਗੇਟਿਵ ਵਰਕ ਡਨ ਹੈ। ਇਸ ਕਰਕੇ ਇਹਨੂੰ ਮੈਂ ਕੀ ਨੋਟ ਕਰ ਸਕਦਾ ਹਾਂ, ਜਿਹੜਾ ਇਹ ਕੀ ਆ ਗਿਆ ਮੇਰੇ ਕੋਲ, ਇਹ ਮੇਰੇ ਕੋਲ ਪੋਟੈਂਸ਼ੀਅਲ ਡਿਫਰੈਂਸ ਆ ਗਿਆ, ਜਿਹਨੂੰ ਵਰਕ ਡਨ ਨੂੰ ਕੀ ਬੋਲ ਸਕਦੇ ਹਾਂ, ਇਹਨੂੰ ਬੋਲ ਸਕਦਾ ਪੋਟੈਂਸ਼ੀਅਲ ਡਿਫਰੈਂਸ, ਇਹਨੂੰ ਮੈਂ ਬੋਲ ਸਕਦਾ ਹਾਂ पोटेंशियल डिफरेंस। और जो पोटेंशियल डिफरेंस है तुहानू पता, तुम 10th ਦੇ एक चैप्टर पढ़ के आए जे इलैक्ट्रिसिटी, ਉਹਦੇ ਵਿੱਚ पोटेंशियल डिफरेंस ਨੂੰ कहते ना नोट करते हैं V ਨਾਲ। सो ਇਹਨੂੰ मैं V ਨਾਲ डिनोट कर दूंगा, ਇਹਨੂੰ मैं V ਨਾਲ डिनोट कर दूंगा। सो ਇਹਦੀ ਜਗ੍ਹਾ ਤੇ ਭਾਵੇਂ ਤੁਸੀਂ U ਲਿਖ ਲਓ, मैं तो और पा के लिख ही देना वा, U भी लिख सकते हैं और W भी लिख सकते हैं, और पा के तुम W भी लिख सकते हो। और भाई देखो एक मिनट, सो ये फार्मूला ਤੁਹਾਡਾ ਕੀ ਬਣ ਜੂਗਾ, ਇਸ ਮੈਂ ਲਾਈਨ ਮਾਰ ਕੇ ਨੋਟ ਕਰਦਾ ਇਹਨੂੰ ਵਾਲੇ ਫਾਰਮੂਲੇ ਨੂੰ। ਇਹ ਤੁਹਾਡੇ ਕੋਲ ਫਿਰ ਤੁਹਾਡਾ ਫਾਰਮੂਲਾ ਆ ਜਾਊਗਾ, ਇਹ ਵਾਲਾ ਫਾਰਮੂਲਾ ਕੀ ਬਣ ਜੂਗਾ, W अपॉन Q नॉट। भाई W ਦੀ ਜਗ੍ਹਾ ਤੇ U ਵੀ ਹੋ ਸਕਦਾ ਜੀ। और उस तो बाद ਇਹ ਵਾਲੀ ਜਿਹੜਾ K Q अपॉन R ਨੂੰ ਮੈਂ V ਲਿਖ ਸਕਦਾ, ਕਿਉਂਕਿ ਪੋਟੈਂਸ਼ੀਅਲ ਡਿਫਰੈਂਸ ਆ, ਔਰ ਪੋਟੈਂਸ਼ੀਅਲ ਡਿਫਰੈਂਸ ਨੂੰ ਮੈਂ ਕੀ ਹੈ ਜੀ ਇਹਦੇ ਨਾਲ ਡਿਨੋਟ ਵੀ ਕਰ ਸਕਦਾ, V ਨਾਲ ਵੀ ਡਿਨੋਟ ਕਰ ਸਕਦਾ। इदा करके भी फॉर्मूला एंट्रेंस एग्जाम आ जाता वा। उस तो बाद देखो जी एक फॉर्मूला आ गया, इतों देखो जी तुम W की वैल्यू कढ़ सकते, वर्क डन की वैल्यू कढ़ सकते जी, बिल्कुल कढ़ सकते हैं जी। फिर W की वैल्यू क्या आएगी, W इज इक्वल टू Q नॉट V। एक बार मैं थोड़ा जिहा फेयर रीड कर देना वा। देखो जी ये साढ़े को वैल्यू आएगी वर्क डन की या फिर इलैक्ट्रोस्टैटिक पोटेंशियल एनर्जी। ये वैल्यू उठा के मैं इत्थे ले गया जी ऊपर जो लैके गया मैं तुहानूं मैं की दस्सिया सी कि
ਇਹਦੇ ਵਿੱਚ ਮੈਂ ਵਰਕ ਡਨ ਔਰ ਜਿਹੜਾ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ એનર્ਜੀ ਲਿਖੀ ਆ। ਇਹਦੇ ਨਾਲ ਕੀ ਹੈ, ਜਿਹੜਾ ਕਿਊ ਨੋਟ ਚਾਰਜ ਹੈ, ਜਿਹੜਾ ਸਾਡਾ ਐਲੀਮੈਂਟਰੀ ਚਾਰਜ ਹੈ, ਇਹ ਇਧਰ ਮਲਟੀਪਲਾਈ ਦਾ ਮੈਂ ਰੀਅਰੇਂਜ ਕਰਤਾ, ਇੱਧਰ ਲੈ ਆਂਦਾ। ਜਦੋਂ ਇੱਧਰ ਲੈ ਆਂਦਾ ਉਸ ਤੋਂ ਬਾਅਦ ਕੀ ਹੋਇਆ ਜੀ, ਮੇਰੇ ਤੋਂ ਕੀ ਬਚ ਗਿਆ ਕੇ ਕਿਊ ਪੌਣ ਆਰ। ਔਰ ਜਿਹੜਾ ਕੇ ਕਿਊ ਪੌਣ ਆ ਰਿਹਾ ਕੀ ਹੈ ਜੀ, ਇਹ ਇੱਕ ਪੋਟੈਂਸ਼ੀਅਲ ਡਿਫਰੈਂਸ ਹੈ। ਕਿਉਂ ਪਤਾ ਸਾਨੂੰ ਪੋਟੈਂਸ਼ੀਅਲ ਡਿਫਰੈਂਸ ਹੈ, ਕਿਉਂਕਿ ਜਿਹੜਾ ਕਿਊ ਨੋਟ ਚਾਰਜ ਹੈ ਇੱਥੋਂ ਮੂਵ ਕਰਕੇ ਪੁਆਇੰਟ ਪੀ ਤੇ ਆਇਆ, ਔਰ ਜਦੋਂ ਪੀ ਤੇ ਆਇਆ ਉਹਨੇ ਕੋਈ ਨਾ ਕੋਈ ਵਰਕ ਡਨ ਕੀਤਾ ਔਰ ਇਨਡਾਇਰੈਕਟਲੀ ਵਰਕ ਡਨ ਕੀਤਾ। ਜਿਹੜਾ ਇਨਡਾਇਰੈਕਟਲੀ ਵਰਕ ਡਨ ਹੈ ਉਹਨੂੰ ਅਸੀਂ ਬੋਲਦੇ ਆ ਨੈਗੇਟਿਵ ਵਰਕ ਡਨ। ਜਿਹੜਾ ਅਸੀਂ ਇਹ ਕੱਢੀ ਵੈਲਿਊ ਕੀ ਆ, ਸਾਡਾ ਨੈਗੇਟਿਵ ਵਰਕ ਡਨ ਆ ਗਿਆ। ਔਰ ਜਿਹੜਾ ਨੈਗੇਟਿਵ ਵਰਕ ਡਨ ਆ ਗਿਆ ਉਹ ਕਦੇ ਕਰਕੇ ਆਇਆ ਜੀ, ਜਿਹੜਾ ਨੈਗੇਟਿਵ ਵਰਕ ਡਨ ਨੂੰ ਅਸੀਂ ਕੀ ਬੋਲਾਂਗੇ, ਉਹਨੂੰ ਅਸੀਂ ਪੋਟੈਂਸ਼ੀਅਲ ਡਿਫਰੈਂਸ ਬੋਲਾਂਗੇ। ਔਰ ਇਹ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਆ ਉਹਨੂੰ ਅਸੀਂ 10th ਕਲਾਸ ਦੇ ਵਿੱਚ V ਨਾਲ ਵੀ ਡਿਨੋਟ ਕਰਦੇ, ਇਸ ਕਰਕੇ ਇਹਨੂੰ ਮੈਂ V ਨੋਟ ਕਰ ਲਿਆ। ਔਰ ਉਸ ਤੋਂ ਬਾਅਦ ਕੀ ਕੀਤਾ ਜੀ, ਇਹ ਵਾਲੀ ਜਿਹੜੀ ਇਕੁਏਸ਼ਨ ਹੈ ਇੱਥੇ ਮੈਂ ਸਿਰਫ ਵਰਕ ਡਨ ਹੀ ਲਿਆ ਵਾ, ਇੱਥੇ ਮੈਂ W ਲੈ ਲਿਆ ਔਰ W ਪੌਣ ਜਿਹੜਾ ਇਹਦਾ W ਪੌਣ ਕਿਊ ਨੋਟ ਹੈ, ਇਹਦੀ ਜਗ੍ਹਾ ਤੇ V ਪੁੱਟ ਕਰਤਾ। ਉਹੀ ਮੈਂ ਇੱਥੇ ਚੀਜ਼ ਨੈਟ ਲਿਖਤੀ ਹੈ, ਭਾਵੇਂ ਇਹਦਾ ਨਾ ਤੁਸੀਂ U ਵੀ ਲੈ ਲਓ, ਇੱਥੇ ਹੋਰ ਭਾਵੇਂ U ਵੀ ਲੈ ਲਓ, ਇੱਥੇ U ਲਿਖਿਆ ਤੁਸੀਂ ਵੀ ਲੈ ਲਓ, ਤੁਹਾਨੂੰ ਕਨਫਿਊਜ਼ਨ ਆਏ ਉਸ ਚੀਜ਼ ਨੂੰ ਦੇਖ ਕੇ। ਉਸ ਤੋਂ ਬਾਅਦ ਕੀ ਕੀਤਾ ਜੀ, ਜਿਹੜਾ ਕਿਊ ਨੋਟ ਹੈ ਮੈਂ ਇੱਧਰ ਸ਼ਿਫਟ ਕਰਤਾ, ਵਰਕ ਡਨ ਔਰ ਇੱਥੇ ਫਿਰ ਲਿਖ ਲਓ ਔਰ U ਲਿਖ ਲਓ ਨਾਲ ਇਹਦੇ, ਔਰ ਇਜ਼ ਇਕੁਅਲ ਟੂ ਮੈਂ ਚੰਗੀ ਤਰ੍ਹਾਂ ਲਿਖ ਦੇਣਾ ਵਾ ਵਰਕ ਡਨ ਔਰ U, ਇਹਦੇ ਨਾਲ ਕਰਕੇ ਨੋਟ ਕਰ ਲਓ। ਔਰ ਵਰਕ ਡਨ ਜਾਂ ਫਿਰ ਪੋਟੈਂਸ਼ੀਅਲ એનર્ਜੀ U ਜਿਹੜੀ ਹੈ ਉਹਦੀ ਵੈਲਿਊ ਕਿੰਨੀ ਹੈ, ਕਿਊ ਨੋਟ ਪੌਣ V। ਔਰ ਇਹਦੇ ਨਾਲ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡਾ ਜਿਹੜਾ ਵਰਕ ਡਨ ਹੈ ਕਿੰਨਾ ਹੋਣ ਡਿਆ ਵਾ ਔਰ ਕਿਹੜੇ ਪੁਆਇੰਟ ਤੇ ਹੋਣ ਡਿਆ ਵਾ, ਪੁਆਇੰਟ P ਦੇ ਉੱਤੇ। ਔਰ ਇਹ ਸਾਰੀ ਇਕੁਏਸ਼ਨ ਜਿਹੜੀ ਆ ਇਹਦੇ ਨਾਲ ਤੁਹਾਡੀ ਸੋਲਵ ਹੋ ਗਈ ਹੈ। ਔਰ ਵੇਖੋ ਜੀ ਜਿਹੜੀ ਇਕੁਏਸ਼ਨ ਹੈ ਮਿਲਦੀ ਜੁਲਦੀ ਹੈ, ਕਿਹਦੇ ਨਾਲ ਮਿਲਦੀ ਜੁਲਦੀ ਹੈ, ਸਾਡੀ ਗ੍ਰੈਵਿਟੇਸ਼ਨਲ ਵਾਲੀ ਜਿਹੜੀ ਗ੍ਰੈਵਿਟੇਸ਼ਨਲ ਫੋਰਸ ਵਾਲੀ ਜਿਹੜੀ ਇਕੁਏਸ਼ਨ ਉਹਦੇ ਨਾਲ ਮਿਲਦੀ ਜੁਲਦੀ ਹੈ। ਇਸੇ ਕਰਕੇ ਤੁਹਾਨੂੰ ਇਹ ਇਕੁਏਸ਼ਨ ਮੈਂ ਥੋੜੀ ਕਰਕੇ ਦੱਸੀ ਹੈ। ਇਦਾਂ ਦੀ ਕੋਈ ਇਕੁਏਸ਼ਨ ਹੋਊਗੀ 9th ਕਲਾਸ ਦੀ ਬੁੱਕ ਵਿੱਚ ਤੁਸੀਂ ਦੇਖ ਸਕਦੇ ਹੋ। ਔਰ ਇਹਦੇ ਨਾਲ ਇਹ ਤੁਹਾਡੀ ਜਿਹੜੀ ਡੈਰੀਵੇਸ਼ਨ ਹੈ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ એનર્ਜੀ ਜਿਹੜੀ ਹੈ ਖਤਮ ਹੋ ਗਈ ਹੈ। ਉਹਦਾ ਇਹ ਵਾਲਾ ਤੁਹਾਡੇ ਕੋਲ ਆਨਸਰ ਆ ਗਿਆ ਵਾ, ਇਹ ਵਾਲਾ ਮੈਂ ਲਿਖਿਆ ਹੀ ਹੈ ਇੱਥੇ। ਔਰ ਇਹ ਵਾਲੀ ਚੀਜ਼ਾਂ ਤੁਸੀਂ ਨਾਲ ਸੋਲਵ ਕਰ ਸਕਦੇ ਹੋ। ਔਰ ਇਹਦੇ ਨਾਲ ਤੁਹਾਡੀ ਇਕੁਏਸ਼ਨ ਖਤਮ ਹੋ ਗਈ। ਥੈਂਕ ਯੂ।